हाँ जी, सत श्री अकाल जी सारिਆਂ ਨੂੰ। ਅੱਜ ਇੱਕ ਟੈਸਟ ਲੈ ਕੇ ਆਏ ਹਾਂ ਜੀ। ਸਕੂਲ ਵਿਹਲੇ ਬੈਠੇ ਸੀ, ਫ੍ਰੀ ਸੀ, ਅਤੇ ਲਿਖਾਈ ਥੋੜ੍ਹੀ ਜਿਹੀ ਮਾੜੀ ਹੋਈ ਆ ਅਤੇ ਉਹਦੇ ਲਈ ਮਾफ़ੀ ਚਾਹੁੰਦਾ ਮੈਂ। ਚੰਗੇ ਸਵਾਲ ਨੇ, ਉਮੀਦ ਆ ਤੁਹਾਨੂੰ ਪਸੰਦ ਆਉਣਗੇ। ਸ਼ੁਰੂ ਕਰਦੇ ਹਾਂ ਜੀ। ਸੋਚ ਲਓ, ਠੀਕ ਆ, ਮਤਲਬ ਆਨਸਰ ਜਿਹੜਾ ਤੁਸੀਂ ਮੰਨ ਲਓ ਸੋਚ ਲੈਣਾ। ਮੈਂ 2-4 ਸੈਕਿੰਡ ਬਾਅਦ ਕੀ ਆ ਬੋਲ ਦਿਆ ਕਰਾਂਗਾ। ਪ੍ਰਸ਼ਨ ਨੰਬਰ ਸਾਡਾ 1 ਜੀ। ਧੂਣੀ ਦੀ ਅੱਗ ਦਾ ਪਾਤਰ ਹੈ। ਧੂਣੀ ਦੀ ਅੱਗ ਰਚਨਾ ਕਿਹਦੀ ਹੈ? ਠੀਕ ਹੈ, ਇਹ ਵੀ ਤੁਹਾਡੇ ਦਿਮਾਗ 'ਚ ਹੋਣੀ ਚਾਹੀਦੀ ਹੈ ਜੀ। ਪਾਤਰ ਹੈ ਰੀਟਾ, ਵੀਨਾ ਅਤੇ ਅਜੀਤ ਜਾਂ ਉਪਰੋਕਤ ਸਾਰੇ। ਧੂਣੀ ਦੀ ਅੱਗ, ਠੀਕ ਹੈ ਜੀ। ਥੀਏਟਰ ਆਫ ਕਰਿਊਰਿਟੀ, ਇਹਦਾ ਆਨਸਰ ਹੈਗਾ ਜੀ ਡੀ, ਸਾਰੇ, ਠੀਕ ਹੈ ਜੀ। ਅਤੇ ਕੌਣ ਹੈਗੀ ਹੈ ਜੀ? ਅਜੀਤ ਦੀ ਜਿਹੜੀ ਵੀਨਾ ਅਤੇ ਰੀਟਾ ਦੇ ਨਾਲ, ਠੀਕ ਹੈ ਜੀ। ਇਹਦੇ ਮੁੱਖ ਪਾਤਰ ਜਿਹੜੇ ਸਾਰੇ ਹੀ ਹੈਗੇ ਨੇ, ਰੀਟਾ ਵੀ ਆ, ਅਤੇ ਇਸ 'ਤੇ ਆਪਾਂ ਪਹਿਲਾਂ ਚਰਚਾ ਕਰ ਚੁੱਕੇ ਹਾਂ, ਠੀਕ ਹੈ ਜੀ। ਅੱਗੇ ਜੀ, ਰੋਪੜ ਵਿੱਚ ਬੋਲੀ ਜਾਂਦੀ ਹੈ। ਰੋਪੜ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ? ਮਾਝੀ, ਪੁਆਧੀ, ਮਲਵਈ ਅਤੇ ਪੋਠੋਹਾਰੀ। ਇਹਦਾ ਸਹੀ ਆਨਸਰ ਹੈਗਾ ਜੀ ਰੋਪੜ ਅਤੇ ਨਵਾਂ ਸ਼ਹਿਰ ਪੁਆਧੀ ਭਾਸ਼ਾ ਜਿਹੜੀ ਹੈ ਬੋਲੀ ਜਾਂਦੀ ਹੈ। ਅੱਗੇ ਜੀ, ਪ੍ਰਸ਼ਨ ਨੰਬਰ 3। ਹੱਥ ਸਫਲਾ ਸੰਸਕਾਰ ਹੈ। ਮੌਤ ਨਾਲ ਸੰਬੰਧਿਤ, ਜਨਮ ਨਾਲ ਸੰਬੰਧਿਤ, ਵਿਆਹ ਨਾਲ ਸੰਬੰਧਿਤ ਜਾਂ ਕੋਈ ਨਹੀਂ। ਹੱਥ ਸਫਲਾ ਜਿਹੜਾ ਸੰਸਕਾਰ ਵਾ, ਜੀਵਨ ਦੀ ਕਿਸ ਝਾਕੀ ਨਾਲ ਸੰਬੰਧ ਰੱਖਦਾ ਹੈਗਾ ਵਾ? ਇਹ ਸੰਬੰਧ ਰੱਖਦਾ ਜੀ ਮੌਤ ਦੇ ਨਾਲ। ਦਾਨ ਕਰਵਾਇਆ ਜਾਂਦਾ, ਠੀਕ ਹੈ ਜੀ, ਮਰਨ ਵਾਲੇ ਦੇ ਹੱਥੋਂ। ਅਗਲਾ ਪ੍ਰਸ਼ਨ ਨੰਬਰ 4 ਜੀ। ਡਿਊਡ ਛੰਦ ਜਿਹੜਾ ਵਾ ਉਹਦੇ 'ਚ ਕਿੰਨੀਆਂ ਮਾਤਰਾਵਾਂ ਹੁੰਦੀਆਂ ਹਨ? ਡਿਊਡ ਛੰਦ ਦੇ ਵਿੱਚ ਕਿੰਨੀਆਂ ਮਾਤਰਾਵਾਂ ਹੁੰਦੀਆਂ ਨੇ? 36, 28, 24 ਅਤੇ 40। ਜਿਨ੍ਹਾਂ ਦੀ ਬਹੁਤ ਤਿਆਰੀ ਆ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਇਹਨਾਂ ਤਿੰਨਾਂ ਬਾਰੇ ਜ਼ਰੂਰ ਪਤਾ ਹੋਊਗਾ। ਜੇ ਇਸ ਬਾਰੇ ਨਹੀਂ ਪਤਾ ਹੋਊਗਾ ਤਾਂ ਬੈਂਤ ਛੰਦ ਦੇ ਵਿੱਚ, ਦੋਹਰੇ ਦੇ ਵਿੱਚ, ਦਵਈਏ ਦੇ ਵਿੱਚ ਅਤੇ ਡਿਊਡ 'ਚ ਵਰਤੀਆਂ ਜਾਂਦੀਆਂ ਨੇ 36, ਠੀਕ ਹੈ ਜੀ। ਹਾਸ਼ਮ ਦੀ ਰਚਨਾਵਾਂ ਹੈਗੀਆਂ ਨੇ ਦੋਹੜੇ ਅਤੇ ਡਿਊਡਾਂ। ਡੇਢ ਤੁਕ। ਪ੍ਰਸ਼ਨ ਨੰਬਰ 5। ਸ਼ਰਬਤ ਦੀਆਂ ਘੁੱਟਾਂ ਰੇਖਾ ਚਿੱਤਰ ਹੈ। ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਰਵਿੰਦਰ ਰਵੀ, ਕੋਈ ਨਹੀਂ। ਬਲਵੰਤ ਗਾਰਗੀ ਦੇ 4 ਸੰਗ੍ਰਹਿ ਹੋਏ ਨੇ, 4 ਰੇਖਾ ਚਿੱਤਰ ਹੈਗੇ ਨੇ। 1989 ਦੇ ਵਿੱਚ ਜਿਹੜਾ ਇਹ ਸੰਗ੍ਰਹਿ ਸੀਗਾ ਉਹਦਾ ਮਤਲਬ ਸਮੁੱਚਾ ਸੀਗਾ, ਠੀਕ ਹੈ ਜੀ। ਇਹ ਗਾਰਗੀ ਦਾ ਰੇਖਾ ਚਿੱਤਰ ਜਿਹੜਾ ਹੈਗਾ ਵਾ ਸੰਬੰਧ ਰੱਖਦਾ ਹੈਗੀ ਇਹ ਰਚਨਾ। ਅੱਗੇ ਜੀ, ਸ਼ੀਰਫੀ ਲਿਖਣ ਲੱਗੇ ਕਿਹੜਾ ਅੱਖਰ ਛੱਡਿਆ ਜਾਂਦਾ ਹੈ? ਸ਼ੀਰਫੀ ਲਿਖਣ ਲੱਗੇ ਕਿਹੜਾ ਅੱਖਰ ਛੱਡ ਦਿੱਤਾ ਜਾਂਦਾ ਵਾ? ਅਰਬੀ ਫਾਰਸੀ ਵਰਨ ਵਾਲਾ, ਠੀਕ ਹੈ ਜੀ। ਫਾਰਸੀ ਦਾ ਜਿਹੜਾ ਅੱਖਰ ਵਾ ਉਹ ਪਹਿਲਾਂ ਲਿਖਿਆ ਜਾਂਦਾ ਵਾ। ਅਲਫ ਛੱਡਿਆ ਜਾਂਦਾ, ਜੂ ਛੱਡੀ ਜਾਂਦੀ ਆ, ਕਾਫ ਜਾਂ ਸਾਰੀ। ਉਮੀਦ ਆ ਕਈਆਂ ਲਈ ਨਵਾਂ ਪ੍ਰਸ਼ਨ ਹੋਵੇਗਾ। ਸ਼ੀਰਫੀ ਲਿਖਣ ਲੱਗੇ ਜਿਹੜਾ ਯੂ ਅੰਕ ਵਾ, ਜਿਹੜਾ ਅੱਖਰ ਵਾ ਉਹ ਛੱਡਿਆ ਜਾਂਦਾ ਵਾ। ਅਗਲਾ ਪ੍ਰਸ਼ਨ ਜੀ, ਪ੍ਰਸ਼ਨ ਨੰਬਰ 7। ਨੰਗੀ ਧੁੱਪ ਵਿੱਚ ਘਟਨਾਵਾਂ ਦਾ ਕੇਂਦਰ ਸਥਾਨ ਹੈ। ਚੰਡੀਗੜ੍ਹ, ਦਿੱਲੀ, ਮੁੰਬਈ, ਸੈਣਾ। ਦਿੱਲੀ ਸਾਹਿਤ ਅਕਾਦਮੀ ਦੇ ਵਿੱਚ ਇਹ ਦਿੱਤਾ ਹੋਇਆ ਸੀਗਾ ਕੁਐਸਚਨ, ਮੈਨੂੰ ਲੱਗਿਆ ਕਿ ਸ਼ਾਇਦ ਪੁੱਛਿਆ ਜਾ ਸਕਦਾ ਵਾ। ਹਾਂਜੀ, ਨੰਗੀ ਧੁੱਪ ਜਿਹੜਾ ਘਟਨਾਵਾਂ ਦਾ ਕੇਂਦਰ ਹੈਗਾ ਉਹ ਹੈਗਾ ਚੰਡੀਗੜ੍ਹ। ਦਿੱਲੀ ਅਤੇ ਮੁੰਬਈ ਦਾ ਵੀ ਜ਼ਿਕਰ ਵਾ, ਪਰ ਮੁੱਖ ਸਥਾਨ ਜਿਹੜਾ ਵਾ ਉਹ ਚੰਡੀਗੜ੍ਹ ਹੈਗਾ ਵਾ, ਠੀਕ ਆ ਜੀ। ਸੈਣਾ ਉਹਨਾਂ ਦਾ ਮਤਲਬ ਕੀ ਗਾਰਗੀ ਦਾ ਬਰਥ ਪਲੇਸ ਕਹਿ ਸਕਦੇ ਹੈਗੇ, ਪਿੰਡ ਦਾ ਨਾਮ। ਪ੍ਰਸ਼ਨ ਨੰਬਰ 8। ਪੋ ਫੁੱਟ ਪੀ ਕਹਾਣੀ ਹੈ। ਇਸ ਕਹਾਣੀ ਦੇ ਪਾਤਰਾਂ ਬਾਰੇ ਵੀ ਅਸੀਂ ਚਰਚਾ ਕੀਤੀ ਹੋਈ ਹੈ ਅਤੇ ਕਹਾਣੀ ਬਾਰੇ ਵੀ ਚਰਚਾ ਕੀਤੀ ਹੋਈ ਹੈ। ਸੁਜਾਨ ਸਿੰਘ ਜੀ ਦੀ ਹੈ, ਸੰਤੋਖ ਸਿੰਘ ਜੀ ਦੀ ਹੈ, ਕੁਲਵੰਤ ਸਿੰਘ ਵਿਰਕ ਦੀ ਹੈ ਜਾਂ ਪ੍ਰੇਮ ਪ੍ਰਕਾਸ਼ ਦੀ ਹੈ। ਪੋ ਫੁੱਟ ਪਈ ਪ੍ਰਤੀਕਾਤਮਕ ਕਹਾਣੀ ਹੈਗੀ ਇਹ ਵੀ ਪੋ ਫੁੱਟ ਪਈ। ਕੁਛ ਮਿਲਣ ਦੀ ਆਸ, ਦੰਗਿਆਂ ਦੇ ਵਿੱਚ ਫਸੀ ਔਰਤ ਹੁੰਦੀ ਹੈ ਜਿਹਨੂੰ ਇੱਕ ਫਿਰਕੇ ਦੇ ਲੋਕ ਪਿੱਛੇ ਪਏ ਹੁੰਦੇ ਨੇ, ਦੂਜੇ ਫਿਰਕੇ ਦੇ ਇੱਕ ਬੰਦਾ ਉਹਨਾਂ ਨੂੰ ਬਚਾਉਂਦਾ ਹੈਗਾ, ਉਹਨੂੰ ਮਤਲਬ ਪਹੁੰਚਦੀ ਕਰਦਾ ਹੈਗਾ ਆਪਣੇ ਪਤੀ ਦੇ ਕੋਲ ਆਪਣੇ ਪਿੰਡ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਕਹਾਣੀ ਹੈਗੀ ਆ ਸੁਜਾਨ ਸਿੰਘ ਜੀ ਦੀ ਲਿਖੀ ਹੋਈ। ਪ੍ਰਸ਼ਨ ਨੰਬਰ 9। ਕ੍ਰਿਸ਼ਨ ਜੀ ਦੇ ਵਿਸ਼ਨੂੰ ਦੇ ਕਿੰਨਵੇਂ ਅਵਤਾਰ ਸਨ? ਇਹ ਆਪਾਂ ਕੀਤਾ ਹੋਇਆ ਪ੍ਰਸ਼ਨ। ਰਾਮ ਜੀ ਕਿੰਨਵੇਂ ਅਵਤਾਰ ਸਨ ਅਤੇ ਕ੍ਰਿਸ਼ਨ ਜੀ ਵਿਸ਼ਨੂੰ ਦੇ ਕਿੰਨਵੇਂ ਅਵਤਾਰ ਹਨ? 9ਵੇਂ, 5ਵੇਂ, 8ਵੇਂ ਜਾਂ 10ਵੇਂ? ਹਾਂਜੀ, ਕ੍ਰਿਸ਼ਨ ਜੀ ਵਿਸ਼ਨੂੰ ਦੇ 8ਵੇਂ ਅਵਤਾਰ ਸਨ। ਅੱਗੇ ਪ੍ਰਸ਼ਨ ਨੰਬਰ 10। ਸੁਨੇਹਾ ਨਾਟਕ ਸੰਬੰਧ ਰੱਖਦਾ ਹੈ ਸੰਤ ਸਿੰਘ ਸੇਖੋਂ ਦੁਆਰਾ ਲਿਖਿਆ ਹੋਇਆ, ਹਰਚਰਨ ਸਿੰਘ ਦੁਆਰਾ,
ਜਾਂ ਕਪੂਰ ਸਿੰਘ ਘੁੰਮਣ ਦੁਆਰਾ। ਅੰਤਰਰਾਸ਼ਟਰੀ ਨਾਟਕ ਦੀਆਂ ਘਟਨਾਵਾਂ ਹੈਗੀਆਂ ਨੇ ਇਹਦੀਆਂ। ਇਹ ਸੰਤ ਸਿੰਘ ਸੇਖੋਂ ਜੀ ਦੁਆਰਾ ਲਿਖਿਆ ਹੋਇਆ, ਠੀਕ ਹੈ ਜੀ। ਨਾਗਾਸਾਕੀ ਹੀਰੋਸ਼ੀਮਾ ਦਾ ਜ਼ਿਕਰ ਹੈਗਾ, ਠੀਕ ਹੈ ਜੀ, ਇਸ ਨਾਟਕ ਦੇ ਵਿੱਚ। ਅੱਗੇ ਜੀ ਪ੍ਰਸ਼ਨ ਨੰਬਰ 11, ਗੱਬੇ ਸ਼ਬਦ ਹੈ ਮਾਝੀ ਦਾ, ਪੋਠੋਹਾਰੀ ਦਾ, ਦੁਆਬੀ ਦਾ ਜਾਂ ਮਲਵਈ ਦਾ। ਗੱਬੇ ਵਿਚਵਾਂ, ਵਿਚਕਾਰ। ਗੱਬੇ ਸ਼ਬਦ ਜਿਹੜਾ ਹੈਗਾ ਵਾ ਇਹ ਸੰਬੰਧ ਰੱਖਦਾ ਹੈ ਦੁਆਬੀ ਭਾਸ਼ਾ ਦੇ ਨਾਲ। ਦੁਆਬੀ ਦੇ ਵਿੱਚ ਮਾਂ ਨੂੰ, ਮਾਂ ਦੇ ਲਈ ਭਾਬੀ ਸ਼ਬਦ ਵਰਤਿਆ ਜਾਂਦਾ, ਇਹ ਯਾਦ ਰੱਖ ਲਿਓ, ਠੀਕ ਹੈ ਜੀ। ਮਾਂ ਦੇ ਲਈ ਭਾਬੀ ਸ਼ਬਦ ਵਰਤਿਆ ਜਾਂਦਾ। ਪ੍ਰਸ਼ਨ ਨੰਬਰ 12, ਸਭ ਤੋਂ ਵੱਧ ਸਵਈਏ ਹਨ ਭੱਟ ਕਲਸਹਾਰ, ਭੱਟ ਕਲ, ਭੱਟ ਨਲ ਜਾਂ ਭੱਟ ਹਰਬੰਸ। ਸਭ ਤੋਂ ਜ਼ਿਆਦਾ ਵੱਧ ਸਵਈਏ ਕਿਸ ਭੱਟ ਦੇ ਹਨ? ਤਾਂ ਇਹਦਾ ਜਿਹੜਾ ਸਹੀ ਆਨਸਰ ਹੈਗਾ ਵਾ ਭੱਟ ਕਲਸਹਾਰ ਦੇ। ਅਗਲਾ ਪ੍ਰਸ਼ਨ ਸਾਡਾ ਜੀ 13, ਰਾਧਾ ਸੰਦੇਸ਼ ਕਵਿਤਾ ਹੈ ਕੇਸਰ ਕਿਆਰੀ ਵਿੱਚ, ਚੰਦਨਵਾੜੀ ਵਿੱਚ, ਸੂਫੀ ਖਾਨਾ ਵਿੱਚ ਜਾਂ ਦਮਯੰਤੀ ਵਿੱਚ। ਰਾਧਾ ਸੰਦੇਸ਼ ਨਾਂ ਦੀ ਜਿਹੜੀ ਕਵਿਤਾ ਹੈਗੀ ਹੈ, ਇਹ ਕਵਿਤਾ ਹੈਗੀ ਆ ਚੰਦਨਵਾੜੀ ਦੇ ਵਿੱਚ। ਪ੍ਰਸ਼ਨ ਨੰਬਰ 14, ਪੰਜਾਬ ਦੀਆਂ ਪ੍ਰੀਤ ਕਹਾਣੀਆਂ ਪੁਸਤਕ ਹੈ। ਪੰਜਾਬ ਦੀਆਂ ਪ੍ਰੀਤ ਕਹਾਣੀਆਂ ਪੁਸਤਕ ਲਿਖੀ ਹੋਈ ਹੈ ਡਾਕਟਰ ਰੰਧਾਵਾ, ਗੁਰਬਖਸ਼ ਸਿੰਘ ਪ੍ਰੀਤਲੜੀ, ਨੁਰੰਗ ਸਿੰਘ, ਡਾਕਟਰ ਨਾਰ ਸਿੰਘ। ਪੰਜਾਬ ਦੀਆਂ ਪ੍ਰੀਤ ਕਹਾਣੀਆਂ ਕਿਤਾਬ ਲਿਖੀ ਹੋਈ ਆ ਡਾਕਟਰ ਰੰਧਾਵਾ ਜੀ ਦੀ, ਅਤੇ ਗੁਰਬਖਸ਼ ਸਿੰਘ ਜੀ ਦੀ ਕਹਾਣੀ ਸੰਗ੍ਰਹਿ ਹੈਗਾ ਵਾ, ਠੀਕ ਹੈ ਜੀ। ਉਹ ਵੀ ਪ੍ਰੀਤ ਨਾਲ ਸੰਬੰਧ ਰੱਖਦਾ ਹੈਗਾ ਵਾ। ਤੁਹਾਡੇ ਦਿਮਾਗ 'ਚ ਆ ਗਿਆ ਹੋਣਾ ਉਹ ਕਿਹੜਾ ਵਾ। ਚੰਦ ਗਹਿਣਾ ਸੰਬੰਧ ਰੱਖਦਾ ਹੈ। ਚੰਦ ਗਹਿਣਾ ਹੈ ਹੱਥ ਦਾ, ਮੱਥੇ ਦਾ, ਡੋਲੇ ਦਾ ਜਾਂ ਸਿਰ ਦਾ। ਥੱਲੇ ਆਪਸ਼ਨ ਦਿੱਤੀ ਹੋਈ ਆ, ਚਲੋ ਬਾਅਦ ਵਿੱਚ ਕਰਦੇ ਹਾਂ। ਚੰਦ ਜਿਹੜਾ ਗਹਿਣਾ ਵਾ ਮੱਥੇ ਦਾ ਗਹਿਣਾ, ਠੀਕ ਹੈ ਜੀ। ਚੰਦ ਉਹ ਜਿਹੜੇ ਬਾਜੀਗਰ ਹੁੰਦੇ ਉਹਨਾਂ ਦੇ ਮੱਥੇ 'ਤੇ ਚੰਦ ਪਾਇਆ ਵੀ ਹੁੰਦਾ ਹੈ ਨਾ, ਹਰੀ ਜਿਹੀ ਸਿਹਾਈ ਨਾਲ, ਜਿਹਨੂੰ ਅੱਜ ਕੱਲ੍ਹ ਟੈਟੂ ਪਾਉਂਦੇ ਹੈਗੇ ਨੇ। ਤਾਂ ਚੰਦ ਸਿਰ ਦਾ ਗਹਿਣਾ ਨਹੀਂ ਹੈਗਾ ਗਾ। ਡੀ ਆਪਸ਼ਨ ਮੇਰੀ ਸਿਰ ਪਾਈ ਹੋਈ ਸੀਗੀ। ਤਾਂ ਚੰਦ ਜਿਹੜਾ ਹੈਗਾ ਵਾ ਮੱਥੇ ਦਾ ਗਹਿਣਾ ਹੈਗਾ ਵਾ। ਅਗਲਾ ਪ੍ਰਸ਼ਨ ਸਾਡਾ ਜੀ, ਸ਼ਾਹ ਮੁਹੰਮਦ ਕਵੀ ਹੈ 17ਵੀਂ ਸਦੀ, 19ਵੀਂ ਸਦੀ, 16ਵੀਂ ਸਦੀ ਜਾਂ 20ਵੀਂ ਸਦੀ। ਸ਼ਾਹ ਮੁਹੰਮਦ, ਇਹਦਾ ਸਹੀ ਆਨਸਰ ਦੇਣਾ ਹੋਵੇ ਨਾ, ਨਜਾਬਤ ਦਾ ਆਨਸਰ ਦੇਣਾ ਹੋਵੇ, ਇਹਦਾ ਆਨਸਰ ਦੇਣਾ ਹੋਵੇ ਜਿਵੇਂ ਸ਼ਾਹ ਮੁਹੰਮਦ ਦਾ, ਤਾਂ ਇਤਿਹਾਸ ਵੱਲ ਨਿਗਾਹ ਮਾਰ ਲਿਓ ਕਿ ਯੁੱਧ ਕਦੋਂ ਹੋਇਆ, ਅੰਗਰੇਜ਼ਾਂ ਨੇ ਕਦੋਂ ਕਬਜ਼ਾ ਕੀਤਾ, ਤੁਹਾਨੂੰ ਪਤਾ ਲੱਗ ਜੂਗਾ। ਇੱਦਾਂ ਹੀ ਨਜਾਬਤ ਦੀ ਵਾਰ ਜਿਹੜਾ, ਠੀਕ ਹੈ, ਨਾਦਰ ਸ਼ਾਹ ਨੇ ਕਦੋਂ ਹਮਲਾ ਕੀਤਾ, ਤਾਂ ਤੁਹਾਨੂੰ ਇਹਦਾ ਸਹੀ ਆਨਸਰ ਜਿਹੜੇ ਮਿਲ ਜਾਣਗੇ, ਠੀਕ ਹੈ ਜੀ। ਸ਼ਾਹ ਮੁਹੰਮਦ 19ਵੀਂ ਸਦੀ ਦਾ ਕਵੀ ਹੈ। ਕਿਰਿਆ ਵਾਕੰਸ਼ ਵਿੱਚ ਵਿਚਰਨ ਵਾਲੇ ਵਾਕ ਕਿਰਿਆ ਰੂਪ ਹੁੰਦੇ ਹਨ। ਉਦੇਸ਼ ਅਤੇ ਵਿਧੇਯ, ਸਹਾਇਕ ਸੰਚਾਲਕ, ਕਾਲਕੀ ਅਕਾਲਕੀ ਜਾਂ ਕੋਈ ਨਹੀਂ। ਜਿਨ੍ਹਾਂ ਨੇ ਪੜ੍ਹਿਆ ਹੋਇਆ ਉਹਨਾਂ ਦੇ ਲਈ ਬੜਾ ਸਾਦਾ ਜਿਹਾ ਸਵਾਲ ਹੈ ਇਹ। ਇਹਦਾ ਸਹੀ ਆਨਸਰ ਹੈਗਾ ਕਾਲਕੀ ਅਤੇ ਅਕਾਲਕੀ ਕਿਰਿਆ। ਸੀਮਾ ਯੁਕਤ, ਸੀਮਾ ਮੁਕਤ, ਠੀਕ ਹੈ ਜੀ। ਉਹ ਕਿਰਿਆ ਰੂਪ ਜਿਹੜੇ ਮਤਲਬ ਕੀ ਹੈ, ਕਿਰਿਆ ਦੀ ਸੀਮਾ ਮੁਕਤ ਅਤੇ ਯੁਕਤ ਨਾਲ ਸੰਬੰਧ ਰੱਖਦੇ ਨੇ। ਤਾਂ ਕਿਰਿਆ ਵਾਕੰਸ਼ ਜਿਹੜੇ ਰੂਪ ਨੇ ਉਹ ਕਾਲਕੀ ਅਤੇ ਅਕਾਲਕੀ ਕਿਰਿਆ ਦੇ ਰੂਪ ਵਿੱਚ ਕੀ ਆ ਵਾਪਰਦੇ ਹੈਗੇ ਨੇ। ਹਾਂਜੀ, ਅੱਗੇ ਗੱਲ ਕਰਦੇ ਹਾਂ ਪ੍ਰਸ਼ਨ ਨੰਬਰ 18 ਜੀ। ਸਤਵਾਰਾ ਲੋਕ ਕਾਵਿ ਸਭ ਤੋਂ ਪਹਿਲਾਂ ਪੰਜਾਬੀ ਵਿੱਚ ਵਰਤਿਆ ਸ਼੍ਰੀ ਗੁਰੂ ਰਾਮਦਾਸ ਜੀ ਨੇ, ਬਾਬਾ ਬੁੱਲੇ ਸ਼ਾਹ ਜੀ ਨੇ, ਸੰਤ ਕਬੀਰ ਜੀ ਨੇ ਜਾਂ ਵਜੀਦ ਜੀ ਨੇ। ਕੋਈ ਵੀ ਨਹੀਂ। ਆਪਸ਼ਨ ਪਾਈ ਹੋਈ ਹੈ ਮੈਂ, ਕੋਈ ਵੀ ਨਹੀਂ। ਤਾਂ ਸਤਵਾਰਾ ਜਿਹੜਾ ਲੋਕ ਕਾਵਿ ਹੈਗਾ ਸਭ ਤੋਂ ਪਹਿਲਾਂ ਵਰਤਿਆ ਗਿਆ ਗੁਰਬਾਣੀ ਦੇ ਵਿੱਚ, ਇਹਦਾ ਆਨਸਰ ਹੈਗਾ ਵਾ ਕੋਈ ਨਹੀਂ, ਸ਼੍ਰੀ ਗੁਰੂ ਅਮਰਦਾਸ ਜੀ ਦੁਆਰਾ। ਦੋ ਸੰਧੀ ਸਵਰਾਂ ਦੀ ਵਿਸ਼ੇਸ਼ਤਾ ਹੈ ਲਘੂ ਦੀਰਘ, ਦੀਰਘ ਦੀਰਘ, ਲਘੂ ਲਘੂ ਜਾਂ ਕੋਈ ਨਹੀਂ। ਜਿਨ੍ਹਾਂ ਨੇ ਸਵਰ ਸੰਯੋਗ ਪੜ੍ਹਿਆ ਹੋਇਆ ਜਾਂ ਦੁਸੰਧੀ ਸਵਰ ਪੜ੍ਹਿਆ ਹੋਇਆ, ਮੇਰੀਆਂ ਵੀਡੀਓ ਦੇ ਵਿੱਚ ਕਰਵਾਏ ਹੋਏ ਆ ਮੈਂ ਦੋਨੇ ਬਹੁਤ ਵਧੀਆ ਢੰਗ ਨਾਲ ਇਹ। ਤਾਂ ਦੁਸੰਧੀ ਸਵਰ ਦੀ ਜਿਹੜੀ ਵਿਸ਼ੇਸ਼ਤਾ ਹੈਗੀ ਉਹ ਹੈਗੀ ਲਘੂ ਅਤੇ ਦੀਰਘ। ਜਿਹੜਾ ਦੀਰਘ ਦੀਰਘ ਹੈਗਾ ਇਹ ਹੈਗੀ ਵਿਸ਼ੇਸ਼ਤਾ ਸਵਰ ਸੰਯੋਗ ਦੀ, ਠੀਕ ਹੈ ਜੀ। ਜਦੋਂ ਦੋਨੇ ਮਾਤਰਾਵਾਂ ਜਿਹੜੀ ਕੀ ਆ ਦੀਰਘ ਹੋਣ, ਜਦੋਂ ਇੱਕ ਲਘੂ ਹੋਵੇ ਪਹਿਲਾਂ ਅਤੇ ਫਿਰ ਦੀਰਘ ਹੋਵੇ, ਇਹ ਦੋ ਸੰਧੀ ਸਵਰ ਦੀ ਵਿਸ਼ੇਸ਼ਤਾ ਹੈਗੀ ਹੈ। ਅਗਲਾ ਪ੍ਰਸ਼ਨ ਜੀ, ਯੂਸਫ ਰਹਿਣ ਵਾਲਾ ਸੀ ਜਾਂ ਯੂਸਫ ਸੰਬੰਧ ਰੱਖਦਾ ਸੀ ਕੇਚਮ ਦੇ ਨਾਲ, ਮਿਸ਼ਰ ਦੇ ਨਾਲ, ਕਨਿਆਨ ਦੇ ਨਾਲ ਜਾਂ ਡੀ ਕੋਈ ਨਹੀਂ। ਯੂਸਫ ਕਿਸ ਸਥਾਨ ਦੇ ਨਾਲ ਸੰਬੰਧ ਰੱਖਦਾ ਸੀ? ਤਾਂ ਕਨਿਆਨ ਦੇ ਨਾਲ। ਅਤੇ ਮਿਸ਼ਰ ਦਾ ਜਾਂ ਕੇਚਮ ਦਾ ਭੁਲੇਖਾ ਨਾ ਖਾ ਜਾਣਾ, ਠੀਕ ਹੈ, ਧਿਆਨ ਰੱਖਣਾ ਇਸ ਪ੍ਰਸ਼ਨ ਦਾ। ਪ੍ਰਸ਼ਨ ਨੰਬਰ 21, ਲੋਹੇ ਦੇ ਹੱਥ ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਹਨ? ਬਰਿਆਮ ਸਿੰਘ ਸੰਧੂ ਜੀ ਦੀ ਲਿਖੀ ਹੋਈ ਹੈ ਕਹਾਣੀ ਸੰਗ੍ਰਹਿ, ਪਹਿਲਾ ਕਹਾਣੀ ਸੰਗ੍ਰਹਿ ਹੈਗਾ ਵਾ 15, 16, 10 ਜਾਂ 17।
ਲੋਹੇ ਦੇ ਹੱਥ ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਨੇ? ਇਹਦੇ ਵਿੱਚ ਹੈਗੀਆਂ ਨੇ 10 ਕਹਾਣੀਆਂ ਅਤੇ ਅੰਗ ਸੰਗ ਦੇ ਵਿੱਚ ਹੈਗੀਆਂ ਨੇ 11 ਕਹਾਣੀਆਂ। ਯਾਦ ਰੱਖ ਲਿਓ ਵੀ ਇਹ, ਠੀਕ ਹੈ। ਅਗਲਾ ਪ੍ਰਸ਼ਨ ਜੀ ਸਾਡਾ, ਲਾਲ ਦਿਆਲ ਪਾਤਰ ਹਨ ਪ੍ਰਾਹੁਣਾ ਕਹਾਣੀ ਦੇ, ਸ਼ੇਰਨੀਆਂ ਕਹਾਣੀ ਦੇ, ਦੁੱਧ ਦਾ ਛੱਪੜ ਦੇ ਜਾਂ ਅੰਗ ਸੰਗ ਦੇ? ਪਤਾ ਹੀ ਹੋਣਾ ਵੀ ਸਾਰਿਆਂ ਨੂੰ ਇਹ, ਠੀਕ ਹੈ, ਉਮੀਦ ਆ। ਇਹਦਾ ਸਹੀ ਆਨਸਰ ਜਿਹੜਾ ਹੈਗਾ ਵਾ ਦੁੱਧ ਦਾ ਛੱਪੜ। ਸ਼ੇਰਨੀਆਂ, ਠੀਕ ਹੈ ਜੀ, ਅਤੇ ਪ੍ਰਾਹੁਣਾ ਸੁਜਾਨ ਸਿੰਘ ਦੀ, ਸ਼ੇਰਨੀਆਂ ਦੱਸਣ ਦੀ ਲੋੜ ਨਹੀਂ ਹੈਗੀ, ਅੰਗ ਸੰਗ ਵੀ ਦੱਸਣ ਦੀ ਲੋੜ ਨਹੀਂ ਕਿਹਦਾ ਕਹਾਣੀ ਸੰਗ੍ਰਹਿ ਹੈ। ਨਾ ਮਾਰੋ ਕਹਾਣੀ ਸੰਗ੍ਰਹਿ ਪ੍ਰਸ਼ਨ ਨੰਬਰ 23 ਹੈ ਅੰਮ੍ਰਿਤਾ ਪ੍ਰੀਤਮ ਦਾ, ਨਵਤੇਜ ਦਾ, ਕੁਲਵੰਤ ਸਿੰਘ ਵਿਰਕ ਦਾ ਜਾਂ ਅਜੀਤ ਕੌਰ ਦਾ? ਇਹਦਾ ਸਹੀ ਆਨਸਰ ਹੈਗਾ ਜੀ ਅਜੀਤ ਕੌਰ। ਵਰਤਮਾਨ ਦੂਸ਼ਿਤ ਨਾਲ ਸੰਬੰਧ ਰੱਖਦੀ ਹੈਗੀ ਹੈ ਕਹਾਣੀ ਇਹ। ਅਗਲਾ ਪ੍ਰਸ਼ਨ ਜੀ, ਚਰਨ ਪਾਤਰ ਹੈ ਜਸਵੰਤ ਸਿੰਘ ਕਮਲ ਜੀ ਦੇ ਨਾਵਲ ਹੈ ਇਹ। ਸੱਚ ਨੂੰ ਫਾਂਸੀ, ਪੂਰਨਮਾਸ਼ੀ, ਰਾਤ ਬਾਕੀ ਹੈ ਜਾਂ ਲਹੂ ਦੀ ਲੋ? ਚਰਨ ਪਾਤਰ ਹੈ ਸੱਚ ਨੂੰ ਫਾਂਸੀ। ਰੂਪ, ਚੰਨੋ, ਦਿਆਲਾ ਇਹਦੇ ਪਾਤਰ ਨੇ। ਸੱਚ ਨੂੰ ਫਾਂਸੀ ਦੇ ਹੈਗੇ ਨੇ ਕੰਵਰ ਅਤੇ ਸਵਰਨ। ਲਹੂ ਦੀ ਲੋ ਜਿਹੜੀ ਸੰਬੰਧ ਰੱਖਦਾ, ਠੀਕ ਹੈ ਜੀ, ਨਕਸਵਾਦੀ ਲਹਿਰ ਦੇ ਨਾਲ। ਇਹਦੇ ਪਾਤਰਾਂ ਬਾਰੇ ਮੈਂ ਘੱਟ ਜਾਣਕਾਰੀ ਰੱਖਦਾ। ਰਾਤ ਬਾਕੀ ਹੈ ਜਿਹੜਾ ਨਾਵਲ ਹੈਗਾ, ਚਰਨ ਜਿਹੜਾ ਇਹਦਾ ਵਾ ਮੁੱਖ ਪਾਤਰ ਹੈਗਾ। ਅੱਗੇ ਆਏ ਪ੍ਰਸ਼ਨ ਨੰਬਰ 28, ਚਰਨ ਸਿੰਘ ਸ਼ਹੀਦ ਦਾ ਜੀਵਨ ਕਾਲ ਹੈ? ਆਪਣੇ ਆਪ ਹੀ ਦੇਖ ਲਓ, ਠੀਕ ਹੈ ਜੀ। ਆਪਸ਼ਨ ਏ, ਬੀ, ਸੀ ਅਤੇ ਡੀ। ਚਰਨ ਸਿੰਘ ਸ਼ਹੀਦ ਦਾ ਜੀਵਨ ਕਾਲ ਜਿਹੜਾ ਹੈਗਾ ਵਾ, ਇਹਦਾ ਸਹੀ ਉੱਤਰ ਹੈਗਾ ਵਾ 91 ਤੋਂ ਲੈ ਕੇ 35, 1891 ਤੋਂ ਲੈ ਕੇ 35 ਤੱਕ। ਪ੍ਰਸ਼ਨ ਨੰਬਰ 29, ਘਰ ਦੀ ਗਹਿਲ ਚੰਗੀ ਕਵਿਤਾ ਹੈ? ਧਨੀ ਰਾਮ ਚਾਤਰਿਕ, ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਕੋਈ ਨਹੀਂ। ਘਰ ਦੀ ਗਹਿਲ ਚੰਗੀ ਜਿਹੜੀ ਕਵਿਤਾ ਹੈਗੀ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਹੈਗੀ ਹੈ, ਠੀਕ ਹੈ ਜੀ। ਔਰਤ ਜਿਹੜੀ ਹੈਗੀ ਆ ਮਹੱਤਵ ਦੱਸਿਆ ਉਹਨਾਂ ਨੇ, ਮਤਲਬ ਕਿ ਕਿਵੇਂ ਜ਼ਿੰਮੇਵਾਰੀਆਂ ਨਿਭਾਉਂਦੀ ਹੈਗੀ ਆ ਉਹ। ਘਰ ਦੀ ਗਹਿਲ ਚੰਗੀ, ਗਹਿਲ ਔਰਤ ਦੇ ਲਈ ਸ਼ਬਦ ਜਿਹੜਾ ਵਾ ਵਰਤਿਆ ਗਿਆ ਵਾ। ਅਗਲਾ ਪ੍ਰਸ਼ਨ ਜੀ, ਜੁਝਾਰਵਾਦੀ ਸਾਹਿਤ ਦਾ ਸਭ ਤੋਂ ਵਧੇਰੇ ਪ੍ਰਭਾਵ ਪਿਆ? ਨਾਟਕ 'ਤੇ, ਪੰਜਾਬੀ ਗਲਪ 'ਤੇ, ਪੰਜਾਬੀ ਵਾਰਤਕ 'ਤੇ ਜਾਂ ਕਵਿਤਾ 'ਤੇ? ਜੁਝਾਰਵਾਦੀ ਦੌਰ ਜਿਹੜਾ ਹੈਗਾ ਵਾ 66 67 ਜਾਂ ਚੱਲਿਆ ਹੈ ਨਾ 67 ਤੱਕ, ਤਾਂ ਉਹਦਾ ਮਤਲਬ ਕੀ ਆ, ਸਭ ਤੋਂ ਵੱਧ ਪ੍ਰਭਾਵ ਪਿਆ ਹੈਗਾ ਵਾ ਕਵਿਤਾ ਦੇ ਉੱਪਰ, ਠੀਕ ਹੈ ਜੀ। ਕਿਹੜੀ ਸ਼ਬਦ ਸ਼ਕਤੀ ਸੂਖਮ ਹੈ? 3 ਸ਼ਬਦ ਸ਼ਕਤੀਆਂ, ਠੀਕ ਹੈ ਜੀ। ਅਭਿਦਾ ਸਿੱਧੀ ਹੋ ਗਈ, ਲਕਸ਼ਣਾ ਥੋੜ੍ਹਾ ਜਿਹਾ ਲੁਕਿਆ ਹੋਇਆ, ਵਿਅੰਜਨਾ ਕਹਿਣਾ ਕੁਛ ਹੋਰ ਚਾਹੁੰਦਾ ਵਾ, ਲਿਖਿਆ ਕੁਛ ਹੋਰ ਵਾ, ਤਤਪਰਾਏ, ਠੀਕ ਹੈ ਜੀ। ਇਹ 4 ਹੈਗੀਆਂ ਨੇ। ਤਤਪਰਾਏ ਜਿਹੜੀ ਹੈਗੀ ਅਰਥ ਸ਼ਕਤੀ ਹੈਗੀ ਆ, ਠੀਕ ਹੈ ਜੀ। ਅਰਥ ਸ਼ਕਤੀ ਹੈਗੀ ਆ ਤਤਪਰਾਏ। ਕਿਹੜੀ ਸ਼ਬਦ ਸ਼ਕਤੀ ਸੂਖਮ ਹੈ, ਜ਼ਿਆਦਾ ਬਰੀਕ ਆ? ਉਹਦਾ ਆਨਸਰ ਹੈਗਾ ਵਾ ਵਿਅੰਜਨਾ, ਠੀਕ ਹੈ ਜੀ। ਪ੍ਰਸ਼ਨ ਨੰਬਰ 30, ਨਾਟਿਆ ਸ਼ਾਸਤਰ ਵਿੱਚ ਭਰਤ ਮੁਨੀ ਨੇ ਕਿੰਨੇ ਰਸਾਂ ਦਾ ਵਰਣਨ ਕੀਤਾ ਹੈ? 8, 9, 4, 10। ਜਿਨ੍ਹਾਂ ਨੇ ਪੜ੍ਹਿਆ ਹੋਊਗਾ ਧਿਆਨ ਨਾਲ, ਥੋੜ੍ਹਾ ਜਿਹਾ ਦਿਮਾਗ ਲਾ ਕੇ ਆਨਸਰ ਦੇ ਦੇਣਗੇ ਜੀ, ਉਹ ਇਹਦਾ ਸਹੀ ਆਨਸਰ ਦੇ ਦੇਣਗੇ। ਨਾਟਿਆ ਸ਼ਾਸਤਰ ਵਿੱਚ ਕਿੰਨੇ ਰਸਾਂ ਦਾ ਵਰਣਨ ਹੈ? ਨਾਟਿਆ ਸ਼ਾਸਤਰ ਵਿੱਚ 8 ਰਸਾਂ ਦਾ ਵਰਣਨ ਹੈ। 9ਵਾਂ ਰਸ ਸ਼ਾਂਤ ਰਸ ਸ਼ਾਮਿਲ ਕੀਤਾ ਮੰਮਟ ਨੇ, ਠੀਕ ਹੈ ਜੀ। ਅੱਗੇ ਜੀ ਪ੍ਰਸ਼ਨ ਨੰਬਰ 31, ਗਾਰਗੀ ਨੇ ਰੇਖਾ ਚਿੱਤਰ ਦੀ ਪ੍ਰੇਰਨਾ ਕਿੱਥੋਂ ਲਈ? ਇਹ ਪ੍ਰਸ਼ਨ ਮੈਂ ਕੁਐਸਚਨ ਮਾਰਕ ਛੱਡਤਾ, ਠੀਕ ਹੈ ਜੀ, ਤੁਹਾਡੇ ਲਈ। ਮਤਲਬ ਉਹਨੂੰ ਕਿੱਥੋਂ ਚੇਟਕ ਮਿਲੀ ਜਾਂ ਕਿੱਥੋਂ ਪ੍ਰੇਰਨਾ ਮਿਲੀ? ਕਿਹੜੇ 2 ਬੰਦੇ ਸੀ? 1-2 ਬੰਦੇ ਹੈਗੇ ਨੇ ਜਿਨ੍ਹਾਂ ਨੇ ਪੜ੍ਹਿਆ ਹੋਊਗਾ ਉਹ ਆਨਸਰ ਦੇ ਦੇਣਗੇ ਜੀ। ਇਹਦਾ ਆਨਸਰ ਤੁਸੀਂ ਕਮੈਂਟ ਕਰਕੇ ਦੱਸਣਾ। ਅੱਗੇ ਹੈਗਾ ਜੀ ਪ੍ਰਸ਼ਨ ਨੰਬਰ 32, ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਪਹਿਲੀ ਵਾਰਤਕ ਪੁਸਤਕ ਹੈ? ਪ੍ਰੀਤ ਮਾਰਗ, ਫੈਸਲੇ ਦੀ ਘੜੀ, ਕੁਦਰਤੀ ਮਜ਼ਹਬ? ਇਹਦਾ ਜਿਹੜਾ ਸਹੀ ਉੱਤਰ ਹੈਗਾ ਵਾ ਉਹ ਹੈਗਾ ਵਾ ਪ੍ਰੀਤ ਮਾਰਗ। ਬਾਕੀ ਕੋਈ ਗੱਲ ਨਹੀਂ ਜੀ, ਸਿਲੇਬਸ ਡਾਊਨਲੋਡ ਕਰ ਲਿਆ ਹੋਣਾ ਸਾਰਿਆਂ ਨੇ, ਉਹੀ ਆ ਪੁਰਾਣਾ ਸਿਲੇਬਸ ਹੀ ਹੈਗਾ ਵਾ। ਕੋਈ ਗੱਲ ਨਹੀਂ, ਐਵੇਂ ਜ਼ਿਆਦਾ ਜਿਹੜੇ YouTube ਚੈਨਲ ਹੈਗੇ ਨੇ ਉਹ ਨਾ ਤੁਸੀਂ ਵਾਲੇ ਦੇਖਿਆ ਕਰੋ, ਹੈ ਨਾ। ਮਤਲਬ ਕਈ ਅਧਿਆਪਕ ਸਾਥੀ ਫੋਨ ਕਰਕੇ ਪੁੱਛ ਲੈਂਦੇ ਨੇ ਪੇਪਰ ਦੇਖੋ, ਕਿਸੇ ਨੂੰ ਨਹੀਂ ਪਤਾ ਹੁੰਦਾ, ਹੈ ਨਾ। ਐਵੇਂ ਇਹ ਮਨ ਨੂੰ ਤਸੱਲੀਆਂ ਦੇਣ, ਉਹ ਚੈਨਲ ਦੇ ਉੱਪਰ ਹੋਰ ਪਾਇਆ ਹੁੰਦਾ ਕਦੋਂ ਹੋਊਗਾ, ਕਦੋਂ ਸਿਲੇਬਸ ਹੋਇਆ, ਹੈ ਨਾ। ਇਹਦਾ ਕੋਈ ਕਿਸੇ ਨੂੰ ਨਹੀਂ ਪਤਾ ਹੁੰਦਾ। ਲੱਗ ਜਾਣ 2 ਮਹੀਨੇ ਲੱਗ ਜਾਣ ਉਹ ਹਾਂ 20 ਦਿਨਾਂ ਨੂੰ ਲੈ ਲੈਣ, ਠੀਕ ਹੈ ਜੀ। ਉਮੀਦ ਮੰਨ ਕੇ ਚੱਲੋ ਕਿ ਮਹੀਨੇ ਕੁ ਤੱਕ, ਸਵਾ ਮਹੀਨੇ ਤੱਕ ਪੇਪਰ ਉਮੀਦ ਆ ਕਿ ਹੋ ਹੀ ਜਾਊਗਾ, ਠੀਕ ਹੈ। ਇੱਕ ਦਿਨ ਤਾਂ ਆ ਹੀ ਜਾਣਾ। ਮਤਲਬ ਬਾਹਲਾ YouTube ਜਿਹੜੇ ਚੈਨਲ ਜੇ ਹੈਗੇ ਤੁਸੀਂ ਉਹ ਜ਼ਿਆਦਾ ਦੇਖਦੇ ਹੈਗੇ ਹੋ, ਠੀਕ ਹੈ। ਉਹ ਹੁੰਦਾ ਕੁਛ ਨਹੀਂ, ਟਾਈਟਲ ਹੋਰ ਪਾਇਆ ਹੁੰਦਾ ਅਤੇ ਵਿੱਚ ਹੁੰਦਾ ਕੁਛ ਵੀ ਨਹੀਂ ਗਾ, ਐਵੇਂ ਗੱਲਾਂ ਬਾਤਾਂ ਹੀ ਮਾਰ ਕੇ ਸਾਰ ਦਿੰਦੇ ਨੇ। ਉਹ ਟੈਨਸ਼ਨ ਉਹਨੂੰ ਸੋਚ ਕੇ ਨਾ ਆਪਣਾ ਮਾਨਸਿਕ ਸੰਤੁਲਨ ਜਿਹੜਾ ਵਾ ਨਾ ਵਿਗਾੜਿਆ ਕਰੋ, ਠੀਕ ਹੈ।
ਤਿਆਰੀ ਕਰਦੇ ਰਹੋ, ਕੋਈ ਗੱਲ ਨਹੀਂ। ਮੈਂ ਹਰ ਵਾਰ ਕਹਿਣਾ ਹੁੰਦਾ ਘੋੜਾ ਜਿਹੜਾ ਭੱਜਦਾ ਰਹਿਣਾ ਚਾਹੀਦਾ ਤੁਹਾਡਾ, ਤਿਆਰੀ ਵਾਲਾ ਘੋੜਾ, ਠੀਕ ਹੈ। ਅਤੇ ਪੇਪਰ ਜਿਹੜਾ ਵਾ ਇੱਕ ਦਿਨ ਆ ਹੀ ਜਾਣਾ ਵਾ, ਠੀਕ ਆ ਜੀ। ਤਾਂ ਸਾਰੇ ਟੈਸਟ ਦਾ ਲੈਵਲ ਕਿਵੇਂ ਸੀ ਮੈਨੂੰ ਜ਼ਰੂਰ ਦੱਸਿਓ, ਠੀਕ ਹੈ ਜੀ। ਟੈਸਟ ਕਿਵੇਂ ਵਧੀਆ ਲੱਗਿਆ ਤਾਂ ਤੁਹਾਨੂੰ ਜ਼ਰੂਰ ਦੱਸਿਓ। ਤਾਂ ਕੱਲ੍ਹ ਫੇਰ ਫਰੀ ਹਾਂ ਅਤੇ ਇੱਕ ਟੈਸਟ ਹੋਰ ਬਣਾਵਾਂਗੇ ਆਪਾਂ।